ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਤੀਜਾ। ਸਭ ਨਾਵੈ ਨੂੰ ਲੋਚਦੀ, ਜਿਸ ਕਿਰਪਾ ਕਰੇ ਸੋ ਪਾਏ। ਬਿਨ ਨਾਵੈ ਸਭ ਦੁਖ ਹੈ, ਸੁਖ ਤਿਸ ਜਿਸ ਮਨ ਵਸਾਏ। ਸਭ ਨਾਵੈ ਨੂੰ ਲੋਚਦੀ, ਜਿਸ ਕਿਰਪਾ ਕਰੇ ਸੋ ਪਾਏ। ਬਿਨ ਨਾਵੈ ਸਭ ਦੁਖ ਹੈ, ਸੁਖ ਤਿਸ ਜਿਸ ਮਨ ਵਸਾਏ। ਤੂੰ ਬੇਅੰਤ ਦਇਆਲ ਹੈ, ਤੇਰੀ ਸਰਣਾਈ। ਗੁਰ ਪੂਰੇ ਤੇ ਪਾਈਐ, ਨਾਮੇ ਵਡਿਆਈ। ਤੂੰ ਬੇਅੰਤ ਦਇਆਲ ਹੈ, ਤੇਰੀ ਸਰਣਾਈ। ਗੁਰ ਪੂਰੇ ਤੇ ਪਾਈਐ, ਨਾਮੇ ਵਡਿਆਈ। ਰਹਾਉ। ਸਭ ਨਾਵੈ ਨੂੰ ਲੋਚਦੀ, ਜਿਸ ਕਿਰਪਾ ਕਰੇ ਸੋ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਭੱਲਿਆਂ ਦੀ ਵੰਸ਼ ਦੇ ਅਵਤੰਸ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਸਰਵਣ ਕਰ ਰਹੇ ਸੀ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਤੇ ਨਾਲ ਗੁਰੂ ਕਿਰਪਾ ਦੁਆਰਾ ਨਾਮ ਦੀ ਪ੍ਰਾਪਤੀ ਦਾ ਬਹੁਤ ਸੋਹਣੇ ਢੰਗ ਦੇ ਨਾਲ ਖੁਲਾਸਾ ਕੀਤਾ ਹੈ। ਤੂੰ ਬੇਅੰਤ ਦਇਆਲ ਹੈ, ਤੇਰੀ ਸਰਣਾਈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਬੇਅੰਤ ਅੰਤ ਤੋਂ ਰਹਿਤ ਦਇਆ ਦਾ ਘਰ ਹੈ। ਆਪ ਤੇਰੀ ਦਇਆ ਦਾ ਕੋਈ ਸ਼ੁਮਾਰ ਨਹੀਂ, ਕੋਈ ਅੰਤ ਨਹੀਂ ਪਾ ਸਕਦਾ। ਤੇਰੀ ਸਰਣਾਈ, ਅਸੀਂ ਤੇਰੀ ਸ਼ਰਨ ਵਿੱਚ ਆ ਕੇ ਪਏ ਹਾਂ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਯਸ, ਗੋਬਿੰਦ ਦਾਸ ਤੁਹਾਰ। ਗੁਰ ਪੂਰੇ ਤੇ ਪਾਈਐ, ਨਾਮੇ ਵਡਿਆਈ। ਸਾਨੂੰ ਇਸ ਗੱਲ ਦਾ ਵੀ ਪਤਾ ਲੱਗਿਆ ਹੈ, ਪੂਰੇ ਗੁਰੂ ਦੇ ਪਾਸੋਂ ਹੀ ਤੇਰੇ ਨਾਮ ਦੀ ਵਡਿਆਈ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਉਂ? ਨਾਮ ਦਾਤਾ ਸਤਿਗੁਰੂ ਨੇ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਉਹਨਾਂ ਨੂੰ ਗੁਰੂ ਦੀ ਸ਼ਰਨ ਵਿੱਚ ਭੇਜ ਦਿੰਦਾ ਹੈ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਗੁਰਮੁਖਾਂ ਨੂੰ ਨਾਮ ਦ੍ਰਿੜ ਕਰਵਾ ਦਿੰਦੇ ਹਨ ਤੇ ਨਾਮ ਦੁਆਰਾ ਅੱਗੇ ਨਾਮੀ ਦੀ ਪ੍ਰਾਪਤੀ ਹੁੰਦੀ ਹੈ।
ਲਓ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਉਹਦੇ ਵਿਚਾਰ ਸੰਗਤਾਂ ਪ੍ਰੇਮ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਤੀਜਾ। ਸਭ ਨਾਵੈ ਨੂੰ ਲੋਚਦੀ, ਜਿਸ ਕਿਰਪਾ ਕਰੇ ਸੋ ਪਾਏ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਾਰੀ ਹੀ ਸ੍ਰਿਸ਼ਟੀ ਕੁੱਲ ਕਾਇਨਾਤ ਵਾਹਿਗੁਰੂ ਦੇ ਨਾਮ ਨੂੰ ਲੋਚਦੀ ਹੈ, ਪਰ ਹਜ਼ੂਰ ਕਹਿੰਦੇ ਜਿਸ ਕਿਰਪਾ ਕਰੇ ਸੋ ਪਾਏ। ਜਿਸ ਉਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ, ਮਿਹਰ ਦੀ ਨਿਗਾਹ ਕਰਦਾ ਹੈ, ਉਹੀ ਨਾਮ ਨੂੰ ਪ੍ਰਾਪਤ ਕਰ ਸਕਦਾ ਹੈ। ਬਿਨ ਨਾਵੈ ਸਭ ਦੁੱਖ ਹੈ, ਸੁਖ ਤਿਸ ਜਿਸ ਮਨ ਵਸਾਏ। ਨਾਮ ਤੋਂ ਬਿਨਾਂ ਸਾਰਾ ਦੁੱਖ ਹੀ ਦੁੱਖ ਮਨੁੱਖ ਦੇ ਜੀਵਨ ਦੇ ਵਿੱਚ ਦਿਖਾਈ ਦਿੰਦਾ ਹੈ। ਸੁਖ ਤਿਸ, ਸੁਖ ਉਸੇ ਨੂੰ ਹੀ ਮਿਲਦਾ ਹੈ ਜਿਸ ਮਨ ਵਸਾਏ, ਜਿਸ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪਣਾ ਨਾਮ ਵਸਾ ਦੇਵੇ। ਕਿਉਂ? ਸਤਿਗੁਰੂ ਦੇ ਬਚਨ ਹੈ, ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਵਾਹਿਗੁਰੂ ਦੇ ਨਾਮ ਦੁਆਰਾ ਲੋਕ ਦਾ ਵੀ ਸੁਖ, ਪਰਲੋਕ ਦਾ ਵੀ ਸੁਖ, ਹਮੇਸ਼ਾ ਦਾ ਸੁਖ ਪ੍ਰਾਪਤ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਨਾਮ ਨੂੰ ਸੁਖ ਦਾ ਸਾਧਨ ਸਮਝ ਕੇ ਸਾਰੀ ਦੁਨੀਆ ਨਾਮ ਨੂੰ ਚਾਹੁੰਦੀ ਹੈ, ਪਰ ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ ਉਹੀ ਉਸ ਨੂੰ ਪ੍ਰਾਪਤ ਕਰ ਸਕਦਾ ਹੈ। ਤੂੰ ਬੇਅੰਤ ਦਇਆਲ ਹੈ, ਤੇਰੀ ਸਰਨਾਈ। ਹੇ ਵਾਹਿਗੁਰੂ ਜੀ, ਤੂੰ ਬੇਅੰਤ ਗੁਣਾਂ ਦਾ ਭੰਡਾਰ ਹੈ ਅਤੇ ਦਇਆ ਦਾ ਘਰ ਵੀ ਹੈ। ਤੇਰੀ ਸ਼ਰਨਾਈ, ਅਸੀਂ ਤੇਰੀ ਸ਼ਰਨ ਵਿੱਚ ਪਏ ਹਾਂ ਤੇ ਤੇਰੇ ਚਰਨਾਂ ਵਿੱਚ ਇੱਕੋ ਹੀ ਅਰਦਾਸ ਹੈ, ਇਹ ਨਾਮ ਦੀ ਖੈਰ ਸਾਡੀ ਝੋਲੀ ਵਿੱਚ ਵੀ ਪਾ। ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ। ਪਰ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਇਸ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਵਾਹਿਗੁਰੂ, ਤੂੰ ਪੂਰੇ ਗੁਰੂ ਰਾਹੀਂ ਇਹ ਨਾਮ ਦੀ ਵਡਿਆਈ ਸਾਡੀ ਝੋਲੀ ਵਿੱਚ ਪਾ। ਰਹਾਉ। ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਿਰ ਉਪਦੇਸ਼ ਦਿੰਦੇ ਹਨ। ਅੰਤਰ ਬਾਹਰ ਏਕ ਹੈ, ਬਹੁ ਬਿਧ ਸ੍ਰਿਸ਼ਟ ਉਪਾਈ। ਹਜ਼ੂਰ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਕਰਤਾ ਪੁਰਖ ਹੈ। ਉਸਨੇ ਬਹੁਤ ਤਰੀਕਿਆਂ ਨਾਲ ਸ੍ਰਿਸ਼ਟੀ ਪੈਦਾ ਕੀਤੀ ਹੈ, ਅਥਵਾ ਬਹੁਬਿਧ ਸ੍ਰਿਸ਼ਟ ਉਪਾਈ, ਅਨੇਕ ਤਰ੍ਹਾਂ ਦੀ ਸ੍ਰਿਸ਼ਟੀ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੀ ਹੈ। ਜਦੋਂ ਆਪਾਂ ਥੋੜ੍ਹੀ ਜਿਹੀ ਵਿਚਾਰ ਦੇ ਨਾਲ ਗਹਿਰਾਈ ਵਿੱਚ ਸੋਚਦੇ ਹਾਂ, ਦੇਖ ਲਓ ਵਾਹਿਗੁਰੂ ਨੇ ਕਿੰਨੇ ਪ੍ਰਕਾਰ ਦੇ ਜੀਵ ਜੰਤ ਪੈਦਾ ਕੀਤੇ ਨੇ। ਸਮੁੰਦਰ ਵਿੱਚ ਕਿੰਨੇ ਜੀਵ ਨੇ, ਜੰਗਲ ਦੇ ਵਿੱਚ ਕਿੰਨੇ ਦਰਿੰਦੇ ਪਰਿੰਦੇ ਵਸ ਰਹੇ ਨੇ, ਹੋਰ ਕਿੰਨੇ ਪਸ਼ੂ ਪੰਛੀ ਨੇ। ਕੁਛ ਪਤਾ ਲੱਗਦਾ ਵਾਹਿਗੁਰੂ ਨੇ ਬਹੁਤ ਤਰੀਕਿਆਂ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਪਰ ਹਜ਼ੂਰ ਕਹਿੰਦੇ ਉਹ ਕਰਤਾ ਪੁਰਖ ਵਾਹਿਗੁਰੂ ਅੰਤਰ ਬਾਹਰ ਏਕ ਹੈ। ਉਹ ਅੰਦਰ ਵੀ ਤੇ ਬਾਹਰ ਸਭ ਥਾਵਾਂ ਤੇ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਹੁਕਮੇ ਕਾਰ ਕਰਾਇਂਦਾ, ਦੂਜਾ ਕਿਸ ਕਹੀਐ ਭਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਹੁਕਮ ਵਿੱਚ ਹੀ ਸਾਰੇ ਜੀਵਾਂ ਦੇ ਪਾਸੋਂ ਕਾਰ ਕਿਰਤ ਕਰਵਾ ਰਿਹਾ ਹੈ। ਭਾਵ ਜੋ ਵੀ ਜੀਵ ਚੰਗੀ ਮਾੜੀ ਕਿਰਤ ਕਰ ਰਹੇ ਨੇ ਤੇ ਵਾਹਿਗੁਰੂ ਆਪ ਕਰਵਾ ਰਿਹਾ ਹੈ। ਦੂਜਾ ਕਿਸ ਕਹੀਐ ਭਾਈ। ਭਾਈ ਦੂਜਾ ਕੋਈ ਹੋਵੇ ਫੇਰ ਹੀ ਆਖੀਏ ਨਾ, ਦੂਜਾ ਤੇ ਕੋਈ ਹੋਰ ਹੈ ਹੀ ਨਹੀਂ। ਉਹ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਸਾਰੀ ਇਹ
ਸੇਵਾ ਭਗਤੀ ਦੀ ਵੀ ਕਾਰ ਕਰਵਾਉਂਦਾ ਹੈ। ਜਦੋਂ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ, ਫੇਰ ਦੱਸੋ ਹੋਰ ਕਿਸ ਨੂੰ ਆਖੀਏ। ਬੁੱਝਣਾ ਅਬੁੱਝਣਾ ਤੁਧ ਕੀਆ, ਇਹ ਤੇਰੀ ਸਿਰਕਾਰ। ਬੁੱਝਣਾ ਦਾ ਅਰਥ ਹੁੰਦਾ ਜਾਣਨਾ, ਤੇ ਅਬੁੱਝਣਾ ਦਾ ਅਰਥ ਹੁੰਦਾ ਨਾ ਜਾਣਨਾ। ਇਹਦਾ ਮਤਲਬ ਇਹ ਹੈ ਵੀ ਸਮਝ ਤੇ ਬੇਸਮਝੀ ਦਾ ਖੇਡ ਵੀ ਤੁਸੀਂ ਆਪ ਹੀ ਪੈਦਾ ਕੀਤਾ ਹੋਇਆ। ਭਾਵ ਦੁਨੀਆ ਦੇ ਵਿੱਚ ਕੁਝ ਲੋਕ ਉਹ ਨੇ ਜਿਹੜੇ ਤਾਂ ਇੱਥੇ ਆ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਦੇ ਹਨ। ਬਹੁਤੇ ਉਹ ਲੋਕ ਨੇ ਜਿਨ੍ਹਾਂ ਨੇ ਜੀਵਨ ਦੇ ਉਦੇਸ਼ ਨੂੰ ਸਮਝਿਆ ਹੀ ਨਹੀਂ। ਬੁੱਝਣਾ ਅਬੁੱਝਣਾ ਤੁਧ ਕੀਆ, ਅਥਵਾ ਬੁੱਝਣਾ ਤੇ ਅਬੁੱਝਣਾ ਦਾ ਅਰਥ ਹੈ ਗਿਆਨ ਤੇ ਅਗਿਆਨ। ਇਹ ਵੀ ਤੁਸੀਂ ਆਪ ਹੀ ਪੈਦਾ ਕੀਤਾ ਹੈ। ਇਹ ਤੇਰੀ ਸਿਰਕਾਰ, ਹੇ ਵਾਹਿਗੁਰੂ ਜੀ, ਇਹ ਤੇਰੀ ਹੀ ਸਾਰੇ ਜੀਵਾਂ ਦੇ ਸਿਰ ਉੱਤੇ ਕਾਰ, ਇਹ ਲਿਖਤ ਕਾਰ ਪਈ ਹੋਈ ਹੈ। ਇੱਕ ਨਾ ਬਖਸ਼ ਹੈ ਮੇਲ ਲੈ ਹੈ, ਇੱਕ ਦਰਗ ਹੈ ਮਾਰ ਕੱਢੇ ਕੂੜਿਆਰ। ਹੇ ਵਾਹਿਗੁਰੂ ਜੀ, ਇੱਕ ਗੁਰਮੁਖਾਂ ਨੂੰ ਤੂੰ ਚੰਗੇ ਗੁਣ ਸਤ ਸੰਤੋਖ ਆਦਿਕ ਬਖਸ਼ਿਸ਼ ਕਰਕੇ ਆਪਣੇ ਨਾਲ ਮੇਲ ਲੈਣਾ ਹੈ। ਇੱਕ ਦਰਗ ਹੈ ਮਾਰ ਕੱਢੇ ਕੂੜਿਆਰ, ਇੱਕ ਜਿਹੜੇ ਕੂੜਿਆਰ ਝੂਠੇ ਨੇ, ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ, ਜਿਨ੍ਹਾਂ ਦੇ ਅੰਦਰ ਮੈਲੇ ਨੇ, ਬਾਹਰੋਂ ਨਿਰਮਲ ਹੋ ਕੇ ਦਿਖਾਉਂਦੇ ਨੇ। ਬਗਲਿਆਂ ਵਾਂਗੂ ਜਿਹੜੇ ਪਖੰਡੀ ਲੋਕ ਨੇ, ਤੂੰ ਉਹਨਾਂ ਝੂਠਿਆਂ ਨੂੰ ਦਰਗਾਹ ਦੇ ਵਿੱਚੋਂ ਮਾਰ ਕੇ ਬਾਹਰ ਕੱਢ ਦੇਣਾ ਹੈ। ਇੱਕ ਧੌਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਏ। ਹੇ ਵਾਹਿਗੁਰੂ ਜੀ, ਇੱਕ ਧੁਰ ਤੋਂ ਹੀ, ਜਨਮ ਤੋਂ ਹੀ ਪਵਿੱਤਰ ਪਾਵਨ ਹਨ। ਭਾਵ ਇੱਕ ਐਸੇ ਵੀ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਗੁਰਸਿੱਖੀ ਮਾਰਗ ਧਾਰਨ ਕੀਤਾ ਹੋਇਆ, ਧਰਮ ਦੀ ਕਿਰਤ ਕਰਦੇ ਹਨ, ਨਾਮ ਜਪਦੇ ਹਨ ਤੇ ਵੰਡ ਕੇ ਛਕਦੇ ਹਨ। ਤੁਧ ਨਾਮੇ ਲਾਏ, ਤੁਸਾਂ ਆਪ ਉਹਨਾਂ ਨੂੰ ਨਾਮ ਦੇ ਵਿੱਚ ਲਾਇਆ ਹੈ। ਗੁਰ ਸੇਵਾ ਤੇ ਸੁਖ ਉਪਜੈ, ਸੱਚਾ ਸ਼ਬਦ ਬੁਝਾਏ। ਹੇ ਵਾਹਿਗੁਰੂ ਜੀ, ਗੁਰੂ ਦੀ ਸੇਵਾ ਕਰਕੇ ਹੀ ਅਸਲੀ ਜਿਹੜਾ ਆਤਮਿਕ ਸੁਖ ਪੈਦਾ ਹੁੰਦਾ ਹੈ। ਸੱਚਾ ਸ਼ਬਦ ਬੁਝਾਏ, ਸੱਚੇ ਸ਼ਬਦ ਦੁਆਰਾ, ਸੱਚੇ ਗੁਰ ਉਪਦੇਸ਼ ਦੁਆਰਾ ਤੂੰ ਇਹ ਗੱਲ ਗੁਰਮੁਖਾਂ ਨੂੰ ਸਮਝਾ ਦੇਣਾ। ਇੱਕ ਕੁਚਲ ਕੁਚੀਲ ਵਿਖਲੀ ਪਤੇ, ਨਾਮਹੁ ਆਪ ਖੁਆਏ। ਉਹਨਾਂ ਗੁਰਮੁਖਾਂ ਦੇ ਮੁਕਾਬਲੇ ਤੇ ਇੱਕ ਕੁਚਲ ਟੇਢੀ ਚਾਲ ਚੱਲਣ ਵਾਲੇ ਸਾਕਤ ਵੀ ਹਨ। ਕੁਚੀਲ ਵੀ ਜਿਹੜੇ ਬਹੁਤ ਗੰਦੇ, ਬਦ ਇਖਲਾਕ, ਕਰੈਕਟਰਲੈਸ ਮਨੁੱਖ ਨੇ। ਵਿਖਲੀ ਪਤੇ, ਵਿਖਲੀ ਦਾ ਅਰਥ ਵੇਸ਼ਵਾ ਦੇ ਪਤੀ। ਭਾਵ ਉਹ ਪਰਾਏ ਘਰਾਂ ਦੇ ਵਿੱਚ ਬਜ਼ਾਰੀ ਔਰਤਾਂ ਦੇ ਪਾਸ ਜਾਂਦੇ ਨੇ। ਨਾਮਹੁ ਆਪ ਖੁਆਏ, ਤੁਸਾਂ ਉਹਨਾਂ ਨੂੰ ਨਾਮ ਤੋਂ ਆਪ ਹੀ ਖੁਆਏ, ਭੁਲਾ ਦਿੱਤਾ ਹੈ। ਅਥਵਾ ਇੱਕ ਕੁਚਲ ਕੁਚੀਲ ਵਿਖਲੀ ਪਤੇ। ਇੱਕ ਕੁਚਲ ਦਾ ਅਰਥ ਹੈ ਵੀ ਜਿਹੜੇ ਬਦ ਚਲਣ ਨੇ, ਜਿਨ੍ਹਾਂ ਦਾ ਚਾਲ ਚਲਣ ਠੀਕ ਨਹੀਂ, ਤੇ ਕੁਚੀਲ ਜਿਹੜੇ ਮਨ ਕਰਕੇ ਵੀ ਬੜੇ ਅਪਵਿੱਤਰ ਨੇ। ਤੇ ਵਿਖਲੀ ਪਤੇ ਕੁਛ ਵਿਦਵਾਨਾਂ ਨੇ ਵੇਖ ਲੀਪ ਤੇ ਪਾਠ ਕਰਕੇ ਇਹਦਾ ਅਰਥ ਇਉਂ ਕੀਤਾ ਹੈ ਵੀ ਉਹ ਵਿਸ਼ਿਆਂ ਦੇ ਨਾਲ ਲੀਪਤੇ ਦਾ ਅਰਥ ਲਿਬੜੇ ਹੋਏ ਨੇ, ਵਿਸ਼ਿਆਂ ਦੇ ਨਾਲ ਲਿਬੜੇ ਹੋਏ ਨੇ। ਨਾਮਹੁ ਆਪ ਖੁਆਏ, ਤੁਸਾਂ ਉਹਨਾਂ ਨੂੰ ਨਾਮ ਤੋਂ ਆਪ ਹੀ ਭੁਲਾ ਦਿੱਤਾ ਹੈ। ਨਾ ਓਨ ਸਿੱਧ ਨਾ ਬੁੱਧ ਹੈ, ਨਾ ਸੰਜਮੀ ਫਿਰਹਿ ਉਤਵਤਾਏ। ਹਜ਼ੂਰ ਕਹਿੰਦੇ ਨੇ ਨਾ ਉਹਨਾਂ ਦੇ ਪਾਸ ਕੋਈ ਸਿੱਧ ਰੂਹਾਨੀ ਸ਼ਕਤੀ ਹੈ ਤੇ ਨਾ ਬੁੱਧ ਹੈ, ਨਾ ਹੀ ਉਹਨਾਂ ਕੋਲੇ ਕੋਈ ਸ੍ਰੇਸ਼ਟ ਬੁੱਧੀ ਹੈ, ਕੋਈ ਚੰਗੀ ਅਕਲ ਵੀ ਉਹਨਾਂ ਦੇ ਪਾਸ ਨਹੀਂ ਹੈ। ਨਾ ਸੰਜਮੀ, ਤੇ ਨਾ ਹੀ ਉਹਨਾਂ ਦੀ ਕੋਈ ਰਹਿਤ ਰਹਿਣੀ ਹੈ। ਭਾਵ ਗੁਰਮੁਖਾਂ ਵਾਲੀ ਰਹਿਣੀ ਬਹਿਣੀ ਕਹਿਣੀ ਸਹਿਣੀ ਵੀ ਉਹਨਾਂ ਦੀ ਨਹੀਂ ਹੈ। ਕਿਸੇ ਸੰਜਮ ਦੇ ਵਿੱਚ ਨਹੀਂ ਵਰਤਦੇ, ਕਿਸੇ ਨੇਮ ਦੇ ਵਿੱਚ ਨਹੀਂ ਵਰਤਦੇ। ਫਿਰ ਹੈ ਉਤਵਤਾਏ, ਉਹ ਤਾਂ ਉਤਵਤਾਇਰ ਦਾ ਅਰਥ ਹੈ ਬਈ ਉਖੜੇ ਉਖੜੇ ਲੜ ਖੜਾਉਂਦੇ ਸੰਸਾਰ ਵਿੱਚ ਫਿਰਦੇ ਹਨ। ਨਦਰ ਕਰੇ ਜਿਸੇ ਆਪਣੀ, ਤਿਸਨੂੰ ਭਾਵ ਨਹੀਂ ਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਉੱਤੇ ਮੇਰਾ ਵਾਹਿਗੁਰੂ ਮਿਹਰ ਦੀ ਨਿਗਾਹ ਕਰਦਾ ਹੈ, ਤਿਸਨੂੰ ਭਾਵ ਨਹੀਂ ਲਾਏ।
ਫਿਰ ਉਹਨਾਂ ਨੂੰ ਸਤਸੰਗਤ ਦੀ ਭਾਵਨਾ, ਗੁਰੂ ਦੀ ਸ਼ਰਧਾ ਲਾ ਦਿੰਦਾ ਹੈ। ਸਤ ਸੰਤੋਖ ਇਹ ਸੰਜਮੇ, ਮਨ ਨਿਰਮਲ ਸ਼ਬਦ ਸੁਣਾਏ। ਫਿਰ ਉਹਨਾਂ ਗੁਰਮੁਖਾਂ ਨੂੰ ਸਤਿਗੁਰੂ ਸ਼ਬਦ ਸੁਣਾਏ, ਗੁਰ ਉਪਦੇਸ਼ ਸੁਣਾ ਦਿੰਦੇ ਨੇ, ਤੇ ਗੁਰ ਉਪਦੇਸ਼ ਨੂੰ ਸੁਣ ਕੇ ਸਤ ਸੰਤੋਖ ਇਹ ਸੰਜਮੀ, ਉਹ ਗੁਰਮੁਖ ਸਤ ਸੰਤੋਖ ਆਦਿਕ ਦੈਵੀ ਗੁਣਾਂ ਨੂੰ ਧਾਰਨ ਕਰ ਲੈਂਦੇ ਨੇ। ਇਹ ਸੰਜਮੀ, ਇਹੀ ਉਹਨਾਂ ਗੁਰਮੁਖਾਂ ਦੀ ਸੰਜਮੀ ਜੀਵਨ ਦੀ ਨਿਸ਼ਾਨੀ ਹੈ। ਉਹ ਸਤ ਸੰਤੋਖ ਦੈਵੀ ਗੁਣਾਂ ਨੂੰ ਧਾਰਨ ਕਰਦੇ ਨੇ। ਇਹੀ ਉਹਨਾਂ ਗੁਰਮੁਖਾਂ ਦੀ ਸਿੱਖ ਰਹਿਤ ਮਰਜ਼ਾਦਾ ਹੈ। ਤੇ ਮਨ ਨਿਰਮਲ, ਤੇ ਫਿਰ ਉਹਨਾਂ ਦਾ ਗੁਰਮੁਖਾਂ ਦਾ ਮਨ ਵੀ ਨਿਰਮਲ ਹੋ ਜਾਂਦਾ ਹੈ। ਲੇਖਾ ਪੜ੍ਹ ਨਾ ਪਹੁੰਚੀਐ, ਕਥ ਕਹਿਣਾ ਅੰਤ ਨਾ ਪਾਏ। ਹਜ਼ੂਰ ਕਹਿੰਦੇ ਨੇ ਭਾਈ ਜਿੰਨਾ ਮਰਜ਼ੀ ਲੇਖਾ ਪੜ੍ਹ ਲਈਏ, ਹਿਸਾਬ ਕਿਤਾਬ ਪੜ੍ਹ ਲਈਏ, ਪਰ ਫਿਰ ਵੀ ਵਾਹਿਗੁਰੂ ਤੱਕ ਨਹੀਂ ਪਹੁੰਚਿਆ ਜਾ ਸਕਦਾ। ਭਾਵ ਕੋਈ ਇਹ ਨਹੀਂ ਦੱਸ ਸਕਦਾ ਵੀ ਵਾਹਿਗੁਰੂ ਦਾ ਘਰ ਇੰਨੇ ਮੀਲ ਹੈ ਔਰ ਇੰਨੀਆਂ ਕੋਹਾਂ ਤੇ ਹੈ, ਇੰਨੇ ਕਿਲੋਮੀਟਰ ਹੈ। ਇਹਦੇ ਬਾਰੇ ਨਹੀਂ ਕੋਈ ਵੀ ਦੱਸ ਸਕਦਾ। ਲੇਖਾ ਪੜ੍ਹ ਕੇ ਵੀ ਉਸ ਵਾਹਿਗੁਰੂ ਦੇ ਦਰ ਤੱਕ ਨਹੀਂ ਪਹੁੰਚਿਆ ਜਾ ਸਕਦਾ। ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕਥ ਕਹਿਣਾ ਅੰਤ ਨਾ ਪਾਏ। ਹਜ਼ੂਰ ਕਹਿੰਦੇ ਨੇ ਕਥਾ ਵਖਿਆਨ ਕਰਨ ਦੇ ਨਾਲ ਵੀ ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰ ਤੇ ਕੀਮਤ ਪਾਈਐ, ਸੱਚ ਸ਼ਬਦ ਸੋਝੀ ਪਾਏ। ਫਿਰ ਮਹਾਰਾਜ ਉਸ ਵਾਹਿਗੁਰੂ ਦੀ ਕੀਮਤ ਕਿਵੇਂ ਪਾਈ ਜਾ ਸਕਦੀ ਹੈ? ਹਜ਼ੂਰ ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਉਸ ਵਾਹਿਗੁਰੂ ਦੀ ਕੀਮਤ ਪਾਈ ਜਾਂਦੀ ਹੈ। ਕੀਮਤ ਤੋਂ ਮੁਰਾਦ ਹੈ ਵਾਹਿਗੁਰੂ ਦੀ ਪ੍ਰਾਪਤੀ, ਉਹਦੇ ਦੀਦਾਰ। ਗੁਰੂ ਦੀ ਕਿਰਪਾ ਨਾਲ ਹੀ ਉਸ ਦੀ ਕੀਮਤ ਪਾਈ ਜਾਂਦੀ, ਭਾਵ ਉਸ ਦਾ ਮਿਲਾਪ ਹੁੰਦਾ ਹੈ। ਸੱਚ ਸ਼ਬਦ ਸੋਝੀ ਪਾਏ, ਤੇ ਸਤਿਗੁਰੂ ਵੀ ਸੱਚੇ ਸ਼ਬਦ ਦੁਆਰਾ ਵੀ ਗੁਰਮੁਖ ਵਿਅਕਤੀ ਨੂੰ ਸੋਝੀ ਪਾਉਂਦੇ ਨੇ। ਭਾਵ ਜਦੋਂ ਸੱਚੇ ਸ਼ਬਦ ਨਾਲ ਮਨੁੱਖ ਜੁੜਦਾ ਹੈ, ਫਿਰ ਉਹਨੂੰ ਅੱਗੇ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋ ਜਾਂਦੇ ਹਨ। ਇਹੋ ਮਨ ਦੇਹੀ ਸੋਧ ਤੋਂ ਗੁਰ ਸ਼ਬਦ ਵਿਚਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਮਨ, ਹੇ ਭਾਈ, ਤੂੰ ਆਪਣੇ ਇਸ ਮਨ ਨੂੰ ਤੇ ਦੇਹੀ ਨੂੰ ਸੋਧ, ਪਵਿੱਤਰ ਕਰ। ਜਦੋਂ ਤੇਰਾ ਤਨ ਤੇ ਮਨ ਪਵਿੱਤਰ ਹੋ ਜਾਵੇਗਾ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਤੇਰੇ ਅੰਦਰ ਨਾਮ ਵਸੇਗਾ। ਗੁਰ ਸ਼ਬਦ ਵਿਚਾਰ, ਤੇ ਨਾਲ ਹੀ ਗੁਰੂ ਸ਼ਬਦ ਰਾਹੀਂ ਆਤਮਾ ਤੇ ਪਰਮਾਤਮਾ ਦੀ ਵਿਚਾਰ ਵੀ ਕਰ। ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਐ ਗੁਰ ਕੈ ਹੇਤ ਅਪਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਸਾਡੀ ਇਸ ਦੇਹ ਦੇ ਵਿੱਚ ਹੀ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੈ। ਪਾਈਐ ਗੁਰ ਕੈ ਹੇਤ ਅਪਾਰ, ਵੀ ਗੁਰੂ ਦੇ ਨਾਲ ਅਪਾਰ ਦਾ ਅਰਥ ਵੀ ਬਹੁਤਾ ਪਿਆਰ ਕਰਕੇ, ਬੇਅੰਤ ਪਿਆਰ ਕਰਕੇ ਹੀ ਉਸ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਕੁਛ ਵਿਦਵਾਨਾਂ ਨੇ ਇਹੋ ਮਨ ਦੇਹੀ ਸੋਧ ਤੋਂ, ਜਿਹੜਾ ਸੋਧ ਸ਼ਬਦ ਹੈ, ਇਹਦਾ ਅਰਥ ਉਹਨਾਂ ਨੇ ਕੀਤਾ ਵੀ ਆਪਣੀ ਦੇਹੀ ਦੀ ਖੋਜ ਕਰੋ। ਠੀਕ ਹੈ, ਖੋਜ ਦਾ ਵੀ ਅਰਥ ਕਈ ਥਾਵਾਂ ਤੇ ਢੁਕਦਾ ਹੈ, ਪਰ ਇੱਥੇ ਮਨ ਤੇ ਦੇਹੀ ਨੂੰ ਪਵਿੱਤਰ ਕਰਨਾ ਇਹ ਵਧੇਰੇ ਅਰਥ ਢੁਕਦਾ ਹੈ ਵੀ ਐ ਮਨ, ਐ ਜੀਵ, ਤੂੰ ਆਪਣੇ ਇਸ ਮਨ ਤੇ ਦੇਹੀ ਨੂੰ ਪਵਿੱਤਰ ਕਰ, ਵਿਕਾਰਾਂ ਤੋਂ, ਪਾਪਾਂ ਤੋਂ ਰਹਿਤ ਕਰ, ਤੇ ਗੁਰੂ ਸ਼ਬਦ ਰਾਹੀਂ ਵਿਚਾਰ ਕਰ। ਕਿਉਂਕਿ ਇਸ ਦੇਹੀ ਦੇ ਵਿੱਚ ਹੀ ਨਾਮ ਦਾ ਖਜ਼ਾਨਾ ਹੈ, ਤੇ ਗੁਰੂ ਦੇ ਨਾਲ ਬਹੁਤਾ ਪਿਆਰ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਆਸਾ ਮਹੱਲਾ ਤੀਜਾ। ਸੱਚ ਰਤੀਆਂ ਸੁਹਾਗਣੀ, ਜਿਨ੍ਹਾਂ ਗੁਰ ਕੈ ਸ਼ਬਦ ਸਿਗਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਅਵਗਨ ਗੁਣੀ ਬਖਸ਼ਾਇਆ, ਹਰਸਿਉ ਲਿਵ ਲਾਈ। ਗੁਰਮੁਖਾਂ ਨੇ ਗੁਰੂ ਦੇ ਬਖਸ਼ੇ ਗੁਣਾਂ ਨੂੰ ਧਾਰਨ ਕਰਕੇ ਆਪਣੇ ਔਗਣਾਂ ਨੂੰ ਬਖਸ਼ਾ ਲਿਆ। ਹਰਸਿਉ ਲਿਵ ਲਾਈ, ਕਿਉਂ? ਉਹਨਾਂ ਨੇ ਵਾਹਿਗੁਰੂ ਦੇ ਨਾਲ ਆਪਣੀ ਲਿਵ, ਸੁਰਤ ਜੋੜ ਲਈ। ਜਦੋਂ ਉਸ ਵਾਹਿਗੁਰੂ ਦੇ ਨਾਲ ਸੁਰਤ ਜੁੜ ਗਈ ਤੇ ਫਿਰ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਔਗਣ ਉਹਨਾਂ ਦੇ ਮੁਆਫ ਕਰ ਦਿੱਤੇ। ਹਰ ਵਰ ਪਾਇਆ ਕਾਮਣੀ, ਗੁਰ ਮੇਲ ਮਿਲਾਈ। ਉਸ ਕਾਮਣੀ ਜੀਵ ਰੂਪ ਇਸਤਰੀ ਨੇ
ਵਾਰ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਕਿਵੇਂ ਗੁਰ ਮੇਲ ਮਿਲਾਈ, ਗੁਰੂ ਨੇ ਹੀ ਉਸ ਵਾਹਿਗੁਰੂ ਪਤੀ ਦੇ ਮੇਲ ਵਿੱਚ ਮਿਲਾਈ। ਭਾਵ ਗੁਰੂ ਦੁਆਰਾ ਗੁਰਮੁਖ ਸੁਹਾਗਣਾ ਨੇ ਉਸ ਵਾਹਿਗੁਰੂ ਪਰਮੇਸ਼ਰ ਪਤੀ ਦਾ ਮਿਲਾਪ ਤੇ ਸੁਹਾਗ ਪ੍ਰਾਪਤ ਕੀਤਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕਾ ਸ਼ਬਦ ਸੀਗਾਰ। ਉਹ ਸੁਹਾਗਵੰਤੀਆਂ ਗੁਰਮੁਖ ਰੂਹਾਂ ਸੱਚ ਵਿੱਚ ਰੰਗੀਆਂ ਰਹਿੰਦੀਆਂ ਹਨ, ਜਿਨ੍ਹਾਂ ਗੁਰ ਕਾ ਸ਼ਬਦ ਸੀਗਾਰ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਰਾਹੀਂ ਸੀਗਾਰ ਵੀ ਜਿਹੜਾ ਸ਼ੁਭ ਗੁਣਾਂ ਦਾ ਭਗਤੀ ਤੇ ਗਿਆਨ ਦਾ ਸ਼ਿੰਗਾਰ ਕੀਤਾ ਹੈ। ਘਰ ਹੀ ਸੋ ਪਿਰ ਪਾਇਆ ਸੱਚਾ ਸ਼ਬਦ ਵਿਚਾਰ। ਉਹਨਾਂ ਗੁਰਮੁਖਾਂ ਨੇ ਸੱਚੇ ਸ਼ਬਦ ਰਾਹੀਂ ਵਿਚਾਰ ਕਰਕੇ ਆਪਣੇ ਘਰ ਦੇ ਅੰਦਰ ਹੀ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਇਹਦਾ ਮਤਲਬ ਇਹ ਹੈ, ਉਹਨਾਂ ਗੁਰਮੁਖਾਂ ਨੇ ਅੰਤਰ ਆਤਮਾ ਉਸ ਵਾਹਿਗੁਰੂ ਦੀ ਖੋਜ ਕੀਤੀ ਹੈ ਤੇ ਫਿਰ ਆਪਣੇ ਅੰਦਰੋਂ ਹੀ, ਆਪਣੇ ਹਿਰਦੇ ਵਿੱਚੋਂ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਅਵਗਨ ਗੁਣੀ ਬਖਸ਼ਾਇਆ ਹਰਿ ਸਿਉ ਲਿਵ ਲਾਈ। ਹਜ਼ੂਰ ਕਹਿੰਦੇ ਨੇ, ਉਹ ਗੁਰਮੁਖ ਰੂਹਾਂ ਨੇ ਗੁਰੂ ਦੇ ਬਖਸ਼ੇ ਦੇਵੀ ਗੁਣਾਂ ਨੂੰ ਧਾਰਨ ਕਰਕੇ ਤੇ ਆਪਣੇ ਸਾਰੇ ਔਗੁਣਾਂ ਨੂੰ ਬਖਸ਼ਾ ਲਿਆ ਹੈ। ਹਰਿ ਸਿਉ ਲਿਵ ਲਾਈ ਤੇ ਗੁਰੂ ਦੀ ਮਿਹਰ ਨਾਲ ਵਾਹਿਗੁਰੂ ਦੇ ਨਾਲ ਆਪਣੀ ਲਿਵ ਸੁਰਤ ਜੋੜ ਲਈ। ਹਰ ਵਰ ਪਾਇਆ ਕਾਮਣੀ ਗੁਰ ਮੇਲ ਮਿਲਾਈ ਰਹਾਉ। ਉਹਨਾਂ ਜੀਵ ਰੂਪ ਇਸਤਰੀਆਂ ਨੇ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ। ਕਿਵੇਂ? ਗੁਰ ਮੇਲ ਮਿਲਾਈ, ਵੀ ਗੁਰੂ ਨੇ ਵਾਹਿਗੁਰੂ ਦੇ ਮੇਲ ਵਿੱਚ ਉਹਨਾਂ ਨੂੰ ਮਿਲਾਇਆ। ਭਾਵ ਗੁਰੂ ਦੀ ਕਿਰਪਾ ਦੁਆਰਾ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲੇ ਹਨ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਮਨਮੁਖਾਂ ਦੀ ਹਾਲਤ ਦੱਸਣ ਲੱਗੇ ਨੇ। ਇੱਕ ਪਿਰ ਹਦੂਰ ਨਾ ਜਾਣਨੀ ਦੂਜੇ ਭਰਮ ਭੁਲਾਏ। ਇੱਕ ਐਸੇ ਵੀ ਮਨਮੁਖ ਲੋਕ ਨੇ, ਮਨਮੁਖ ਰੂਹਾਂ ਨੇ, ਜੋ ਉਸ ਪਤੀ ਪਰਮੇਸ਼ਰ ਨੂੰ ਹਦੂਰ ਦਾ ਅਰਥ ਹੈ ਹਾਜ਼ਰ ਨਾਜ਼ਰ ਨਹੀਂ ਜਾਣਦੇ। ਗੁਰਮੁਖਤਾ ਇਹ ਸਮਝਦੇ ਨੇ ਸਦਾ ਅੰਗ ਸੰਗੇ ਅਪੰਗੰਗ ਬੈਭੂਤੇ। ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸਾਡੇ ਅੰਗ ਸੰਗ ਵਸ ਰਿਹਾ ਹੈ। ਪਰ ਦੂਜੇ ਪਾਸੇ ਜਿਹੜੇ ਮਨਮੁਖ ਲੋਕ ਨੇ ਉਸ ਪਤੀ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦੇ। ਦੂਜਾ ਭਰਮ ਭੁਲਾਏ, ਕਿਉਂਕਿ ਉਹ ਦੂਜੇ ਭਰਮ ਦੇ ਵਿੱਚ ਭੁੱਲੇ ਰਹਿੰਦੇ ਹਨ। ਕਿਉਂ ਪਾਇਨ ਦੁਹਾਗਣੇ ਦੁਖੀ ਰਹਿਣ ਵਿਹਾਏ। ਹਜ਼ੂਰ ਕਹਿੰਦੇ ਨੇ, ਜਿਹੜੇ ਮਨਮੁਖ ਲੋਕ ਦੁਹਾਗਣਾ ਵਾਂਗ ਨੇ, ਉਹ ਕਿਵੇਂ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦੇ ਨੇ? ਨਹੀਂ ਕਰ ਸਕਦੇ। ਦੁਖੀ ਰਹਿਣ ਵਿਹਾਏ, ਉਹਨਾਂ ਦੀ ਤੇ ਜ਼ਿੰਦਗੀ ਦੀ ਰਾਤ ਦੁੱਖਾਂ ਦੇ ਵਿੱਚ ਹੀ ਬੀਤਦੀ ਹੈ। ਜਿਵੇਂ ਦੁਹਾਗਣ ਦੀ ਜਿਹੜੀ ਜ਼ਿੰਦਗੀ ਹੈ ਦੁੱਖਾਂ ਦੇ ਵਿੱਚ ਲੰਘਦੀ ਹੈ, ਇਸੇ ਤਰ੍ਹਾਂ ਮਨਮੁਖਾਂ ਦੀ ਜ਼ਿੰਦਗੀ ਵੀ ਦੁੱਖਾਂ ਦੇ ਵਿੱਚ ਹੀ ਗੁਜ਼ਰਦੀ ਹੈ। ਜਿਨ ਕੈ ਮਨ ਸੱਚ ਵਸਿਆ ਸੱਚੀ ਕਾਰ ਕਮਾਏ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਵਸਿਆ, ਸੱਚਾ ਨਾਮ ਵਸ ਗਿਆ ਹੈ, ਸੱਚੀ ਕਾਰ ਕਮਾਇਓ, ਸੱਚੀ ਸੇਵਾ ਭਗਤੀ ਦੀ ਸਿਮਰਨ ਦੀ ਕਾਰ ਕਮਾਉਂਦੇ ਹਨ। ਅੰਦਨ ਸੇਵੈ ਸਹਿਜ ਸਿਉ ਸੱਚੇ ਮਾਹੀ ਸਮਾਏ। ਉਹ ਬੜੀ ਸ਼ਾਂਤੀ ਤੇ ਧੀਰਜ ਦੇ ਨਾਲ ਦਿਨ ਰਾਤ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰਦੇ ਹਨ। ਸੱਚੇ ਮਾਹੀ ਸਮਾਏ, ਤੇ ਫਿਰ ਸੱਚੇ ਪਰਮੇਸ਼ਰ ਦੇ ਵਿੱਚ ਹੀ ਸਮਾਏ ਉਹ ਗੁਰਮੁਖ ਪਿਆਰੇ ਲੀਨ ਹੋ ਜਾਂਦੇ ਹਨ। ਦੁਹਾਗਣੀ ਪਰਮ ਭੁਲਾਈਆ ਕੂੜ ਬੋਲ ਬਿਖ ਖਾਏ। ਵੀ ਜਿਹੜੇ ਮਨਮੁਖ ਲੋਕ ਨੇ ਦੁਹਾਗਣਾ ਵਾਂਗ ਉਹਨਾਂ ਨੂੰ ਭਰਮ ਦੇ ਵਿੱਚ ਭੁਲਾਇਆ ਜਾਂਦਾ। ਕੂੜ ਬੋਲ ਬਿਖ ਖਾਏ, ਕਿਉਂਕਿ ਉਹ ਝੂਠ ਬੋਲਦੇ ਨੇ। ਕੂੜ ਬੋਲ ਮੁਰਦਾਰ ਖਾਏ ਤੇ ਬਿਖ ਖਾਏ, ਤੇ ਉਹ ਵਿਸ਼ਿਆਂ ਦੀ ਜ਼ਹਿਰ ਖਾਂਦੇ ਹਨ। ਪਿਰ ਨਾ ਜਾਣਨ ਆਪਣਾ ਸੁਣੀ ਸੇਜ ਦੁੱਖ ਪਾਏ। ਜਿਹੜੇ ਮਨਮੁਖ ਲੋਕ ਨੇ ਉਹ ਆਪਣੇ ਪਤੀ ਪਰਮੇਸ਼ਰ ਨੂੰ ਜਾਣਦੇ ਹੀ ਨਹੀਂ। ਉਹਨਾਂ ਦੀ ਅੰਤःਕਰਨ ਰੂਪੀ ਸੇਜਾ ਸੁੰਨੀ ਹੀ ਰਹਿ ਜਾਂਦੀ ਹੈ। ਉਸ ਉੱਤੇ ਪਤੀ ਪਰਮੇਸ਼ਰ ਸਾਖਿਆਤਕਾਰ ਨਹੀਂ ਹੁੰਦਾ। ਦੁੱਖ ਪਾਏ, ਇਸੇ ਲਈ ਉਸ ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਪ੍ਰਾਪਤ ਕਰਦੇ ਹਨ। ਸੱਚਾ ਸਾਹਿਬ ਏਕ ਹੈ ਮਤ ਮਨ ਭਰਮ ਭੁਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਸੱਚਾ ਮਾਲਕ, ਸੱਚਾ ਪਰਮੇਸ਼ਰ ਪਤੀ ਤਾਂ ਇੱਕੋ ਹੀ ਹੈ। ਠਾਕੁਰ ਏਕ ਸਬਾਈ ਨਾਲ। ਜਿੰਨੀਆਂ ਜੀਵ ਰੂਪ ਇਸਤਰੀਆਂ ਨੇ, ਸੰਤ ਭਗਤ ਗੁਰਸਿੱਖ ਰੂਪ ਸਖੀਆਂ ਨੇ,
इन्हां सारिਆਂ ਦਾ ਪਤੀ ਇੱਕ ਵਾਹਿਗੁਰੂ ਪਰਮੇਸ਼ਰ ਹੈ। ਮਤ ਮਨ ਪਰੋਂ ਭੁਲਾਹੇ, ਕੋਈ ਮਤ ਆਪਣੇ ਭਰਮ ਦੇ ਵਿੱਚ ਭੁੱਲਿਆ ਫਿਰੇ। ਐ ਮਨਾ ਕੋਈ ਮਤ ਭਰਮ ਦੇ ਵਿੱਚ ਭੁੱਲਿਆ ਫਿਰੇ। ਸਾਰਿਆਂ ਦਾ ਪਤੀ ਇੱਕੋ ਪਰਮੇਸ਼ਰ ਹੈ। ਗੁਰ ਪੂਛ ਸੇਵਾ ਕਰਹਿ, ਸੱਚ ਨਿਰਮਲ ਮਨ ਵਸਾਹੇ। ਹਜ਼ੂਰ ਕਹਿੰਦੇ ਨੇ ਜਿਹੜੇ ਗੁਰਮੁਖ ਨੇ ਸੁਹਾਗਣਾ ਵਾਂਗ ਨੇ, ਉਹ ਗੁਰੂ ਨੂੰ ਪੁੱਛ ਕੇ ਪਤੀ ਪਰਮੇਸ਼ਰ ਦੀ ਸੇਵਾ ਕਰਦੇ ਨੇ। ਭਾਵ ਜਿਵੇਂ ਗੁਰੂ ਉਹਨਾਂ ਨੂੰ ਹਦਾਇਤ ਕਰਦਾ ਹੈ, ਗੁਰੂ ਨਸੀਹਤ ਦਿੰਦਾ ਹੈ, ਉਹ ਗੁਰੂ ਨੂੰ ਪੁੱਛ ਕੇ ਸੇਵਾ ਕਰਦੇ ਨੇ। ਸੱਚ ਨਿਰਮਲ ਮਨ ਵਸਾਏ, ਵੀ ਉਹ ਜਿਹੜਾ ਸੱਚਾ ਤੇ ਨਿਰਮਲ ਪਤੀ ਪਰਮੇਸ਼ਰ ਹੈ ਉਹਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਹਨ। ਸੁਹਾਗਣੀ ਸਦਾ ਪਿਰ ਪਾਇਆ, ਹਉ ਮੈਂ ਆਪ ਗਵਾਏ। ਜਿਹੜੀਆਂ ਗੁਰਮੁਖ ਸੁਹਾਗਵੰਤੀਆਂ ਰੂਹਾਂ ਨੇ ਔਰ ਉਹਨਾਂ ਨੇ ਹਮੇਸ਼ਾ ਲਈ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਕਿਵੇਂ? ਹਉਮੈ ਆਪ ਗਵਾਏ, ਆਪਣੇ ਅੰਦਰੋਂ ਹਉਮੈ ਤੇ ਹੰਕਾਰ ਨੂੰ ਗਵਾ ਕੇ। ਕਿਉਂਕਿ ਹਉਮੈ ਤੇ ਹੰਕਾਰ ਹੀ ਹੈ ਜੋ ਵਾਹਿਗੁਰੂ ਦੇ ਨਾਲ ਮਿਲਣ ਨਹੀਂ ਦਿੰਦਾ। ਤੇ ਜਦੋਂ ਹਉਮੈ ਤੇ ਹੰਕਾਰ ਨਾਸ ਹੋ ਜਾਵੇ ਤੇ ਫਿਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਸੇਤੀ ਅੰਦਨ ਗਹਿ ਰਹੀ, ਸੱਚੀ ਸੇਜ ਸੁਖ ਪਾਏ। ਜਿਹੜੀ ਸੁਹਾਗਵੰਤੀ ਗੁਰਮੁਖ ਰੂਹ ਹੈ, ਫਿਰ ਸੇਤੀ ਅੰਦਨ ਗਹਿ ਰਹੀ, ਉਹ ਪਤੀ ਦੇ ਪਿਆਰ ਦੇ ਵਿੱਚ ਦਿਨ ਰਾਤ ਗਹਿ ਰਹੀ, ਗਹਿ ਗੱਚ ਹੋਈ ਰਹਿੰਦੀ ਹੈ। ਸੱਚੀ ਸੇਜ ਸੁਖ ਪਾਏ, ਉਹ ਸੱਚੀ ਸੇਜਾ ਸ਼ੁੱਧ ਹਿਰਦੇ ਦੀ ਭਾਵਨਾ ਦੀ ਸੇਜ ਤੇ ਉਹ ਹਮੇਸ਼ਾ ਲਈ ਸੁਹਾਗ ਦਾ ਸੁਖ ਪ੍ਰਾਪਤ ਕਰਦੀ ਹੈ। ਪਤੀ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਣਦੀ ਹੈ। ਅਥਵਾ ਪਰਸੇਤੀ ਆਮਦਨ ਗਹਿ ਰਹੀ। ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਉਹ ਆਪਣੇ ਪਤੀ ਦਾ ਪੱਲਾ ਹਮੇਸ਼ਾ ਲਈ ਪਕੜੀ ਰੱਖਦੀ, ਗਹਿ ਰਹੀ। ਉਹ ਆਪਣੇ ਪਤੀ ਦਾ ਪੱਲਾ ਪਕੜੀ ਰੱਖਦੀ ਹੈ। ਪਰ ਪਰਸੇਤੀ ਆਮਦਨ ਗਹਿ ਰਹੀ, ਉਹ ਆਪਣੇ ਪਤੀ ਨਾਲ ਦਿਨ ਰਾਤ ਉਹਦੇ ਪਿਆਰ ਦੇ ਵਿੱਚ ਗਹਿ ਗੱਚ ਹੋਈ ਰਹਿੰਦੀ ਹੈ। ਇਹ ਲਵੰਤਾ ਦੇ ਹਿਸਾਬ ਨਾਲ ਅਰਥ ਠੀਕ ਢੁਕਦਾ ਹੈ। ਸੱਚੀ ਸੇਜ ਸੁਖ ਪਾਏ, ਤੇ ਫਿਰ ਉਹ ਗੁਰਮੁਖ ਸੁਹਾਗਣ ਸੱਚੀ ਸੇਜਾ ਸ਼ੁੱਧ ਹਿਰਦੇ ਵਿੱਚ ਤੇ ਪਤੀ ਪਰਮੇਸ਼ਰ ਦੇ ਮਿਲਾਪ ਦਾ ਸੁਖ ਪ੍ਰਾਪਤ ਕਰਦੀ ਹੈ। ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ। ਜਿਹੜੇ ਮਨਮੁਖ ਲੋਕ ਨੇ, ਆਹ ਵੀ ਚੀਜ਼ ਮੇਰੀ ਹੈ, ਆਹ ਵੀ ਮੇਰੀ ਹੈ, ਬਸ ਮੇਰੀ ਮੇਰੀ ਕਰਦੇ ਇੱਥੋਂ ਚਲੇ ਗਏ। ਮੇਰੀ ਮੇਰੀ ਕਹਿਰੋਂ ਕਰਤੇ ਦੁਰਜੋਧਨ ਸੇ ਭਾਈ, 12 ਜੋਜਨ ਸ਼ਤਰ ਚਲਾ ਥਾ ਦੇਹਰੀ ਗਿਰਜ ਨਾ ਖਾਈ। ਪੱਲੇ ਕਿਛ ਨਾ ਪਾਏ, ਤੇ ਉਹਨਾਂ ਦੇ ਪੱਲੇ ਕੁਛ ਵੀ ਨਹੀਂ ਪਿਆ। ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਆਹ ਦੇਖ ਲੋ, ਰਾਵਣ ਦੇ ਕੋਲ ਲੰਕਾ ਦਾ ਕਿਲਾ ਸੋਨੇ ਦਾ ਸੀ, ਪਰ ਉਹ ਲੈ ਕੇ ਨਾਲ ਕੀ ਗਿਆ? ਕੁਛ ਵੀ ਨਹੀਂ। ਮਨਮੁਖ ਲੋਕ ਮੇਰੀ ਮੇਰੀ ਕਰਕੇ ਚਲੇ ਗਏ ਨੇ, ਪਰ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈ ਸਕਿਆ। ਮਹਿਲ ਨਾਹੀ ਦੁਹਾਗਣੀ, ਅੰਤ ਗਈ ਪਛਤਾਏ। ਇਸੇ ਤਰ੍ਹਾਂ ਵੀ ਜਿਹੜਾ ਮਨਮੁਖ ਆਦਮੀ ਹੈ, ਦੁਹਾਗਣ ਵਰਗਾ ਹੈ। ਉਹਨੂੰ ਵਾਹਿਗੁਰੂ ਦਾ ਮਹਿਲ ਸਰੂਪ ਸੱਚਖੰਡ ਨਹੀਂ ਪ੍ਰਾਪਤ ਹੋ ਸਕਦਾ। ਅੰਤ ਗਈ ਪਛਤਾਏ। ਜਿਹੜੀ ਮਨਮੁਖ ਰੂਹ ਹੈ, ਦੁਹਾਗਣ ਇਸਤਰੀ ਵਾਂਗੂ, ਉਹ ਅੰਤ ਨੂੰ ਇਥੋਂ ਪਛਤਾਤਾਪ ਕਰਦੀ ਹੋਈ ਚਲੀ ਗਈ। ਸੋ ਪਿਰ ਮੇਰਾ ਏਕ ਹੈ, ਏਕ ਸਿਉ ਲਿਵ ਲਾਏ। ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਸੁਹਾਗਣ ਦਾ ਇਹ ਕਥਨ ਹੈ। ਸੋ ਪਿਰ ਮੇਰਾ ਏਕ ਹੈ, ਬਈ ਅਸਲੀ ਮੇਰਾ ਤੇ ਪਤੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਏਕ ਸਿਉ ਲਿਵ ਲਾਏ, ਤੇ ਉਹ ਗੁਰਮੁਖ ਉਸ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਆਪਣੀ ਲਿਵ ਸੁਰਤ ਨੂੰ ਜੋੜਦੇ ਹਨ। ਨਾਨਕ ਜੇ ਸੁਖ ਲੋੜੈ ਕਾਮਣੀ, ਹਰਿ ਕਾ ਨਾਮ ਮਨ ਵਸਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਜੀਵ ਰੂਪ ਇਸਤਰੀ, ਜੇ ਤੂੰ ਚਾਹੁੰਦੀ ਹੈ ਮੈਨੂੰ ਹਮੇਸ਼ਾ ਲਈ ਪਤੀ ਪਰਮੇਸ਼ਰ ਦਾ ਸੁਖ ਪ੍ਰਾਪਤ ਹੋ ਜਾਵੇ, ਹਰਿ ਕਾ ਨਾਮ ਮਨ ਵਸਾਏ, ਫਿਰ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ। ਜਦੋਂ ਵਾਹਿਗੁਰੂ ਦਾ ਨਾਮ ਮਨ ਦੇ ਵਿੱਚ ਵਸ ਜਾਵੇਗਾ ਤੇ ਨਾਮ ਦੁਆਰਾ ਨਾਮੀ ਵੀ ਆਪਣੇ ਆਪ ਹੀ ਆ ਜਾਵੇਗਾ। ਆਸਾ ਮਹੱਲਾ ਤੀਜਾ। ਅੰਮ੍ਰਿਤ ਜਿਨਾ ਚਖਾਇਓਨ, ਰਸ ਆਇਆ ਸਹਿਜ ਸੁਭਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਤਸੰਗਤ ਦੀ ਮਹਿਮਾ ਕਰਦੇ ਹਨ। ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ। ਜਿੱਥੇ ਭਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਸੱਚਾ ਅੰਮ੍ਰਿਤ ਵਰਸਦਾ ਹੈ।
ਉਹ ਸੱਚਾ ਅੰਮ੍ਰਿਤ ਕਿਹੜਾ ਹੈ? ਉਹ ਹੈ ਬਾਣੀ ਦਾ ਉਪਦੇਸ਼, ਉਹ ਹੈ ਨਾਮ ਸਿਮਰਨ ਦਾ ਉਪਦੇਸ਼। ਇਹ ਸੱਚਾ ਅੰਮ੍ਰਿਤ ਵਰਸਦਾ ਹੈ। ਗੁਰਮੁਖਾਂ ਮੁਖ ਪਾਏ, ਪਰ ਇਹ ਗੁਰਮੁਖਾਂ ਦੇ ਮੁਖ ਦੇ ਵਿੱਚ ਪਾਏ ਦਾ ਅਰਥ ਪੈਂਦਾ, ਹਰ ਕੋਈ ਨਹੀਂ ਇਸ ਨੂੰ ਗ੍ਰਹਿਣ ਕਰ ਸਕਦਾ। ਜਿਵੇਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਊਂਦਾ ਭਾਂਡਾ ਕਛ ਨਾ ਸਮਾਵੈ, ਸਿੱਧਾ ਅੰਮ੍ਰਿਤ ਪਰੈ ਨਿਹਾਰ। ਹੁਣ ਤੁਸੀਂ ਕੋਈ ਭਾਂਡਾ ਮੂਧਾ ਰੱਖਿਆ ਹੋਇਆ, ਬਾਹਰ ਮੀਂਹ ਵਰਸ ਰਿਹਾ ਹੈ, ਜੇ ਤੇ ਭਾਂਡਾ ਸਿੱਧਾ ਹੋਵੇ ਤਾਂ ਤੇ ਉਹਦੇ ਵਿੱਚ ਬਰਖਾ ਦਾ ਨਿਰਮਲ ਜਲ ਪੈ ਸਕਦਾ। ਜੇ ਭਾਂਡਾ ਮੂਧਾ ਵੱਜਿਆ ਹੋਇਆ, ਦੱਸੋ ਉਹਦੇ ਵਿੱਚ ਕਿਵੇਂ ਉਹ ਬਰਖਾ ਦਾ ਨਿਰਮਲ ਜਲ ਪੈ ਸਕਦਾ? ਨਹੀਂ ਨਾ ਪੈ ਸਕਦਾ। ਇਸੇ ਤਰ੍ਹਾਂ ਜਦੋਂ ਨਾਮ ਬਾਣੀ ਦਾ ਉਪਦੇਸ਼ ਗੁਰੂ ਵੱਲੋਂ ਵਰਸਦਾ ਹੈ ਤੇ ਜਿਹੜੇ ਗੁਰਮੁਖ ਜਨ ਹਨ, ਜਿਨ੍ਹਾਂ ਦੇ ਹਿਰਦੇ ਸ਼ੁੱਧ ਹੁੰਦੇ ਨੇ, ਬਈ ਉਹਨਾਂ ਦੇ ਮੂੰਹ ਦੇ ਵਿੱਚ ਪੈ ਜਾਂਦਾ ਹੈ। ਜਿਵੇਂ ਜੇ ਸਿੱਪੀ ਦੇ ਮੂੰਹ ਦੇ ਵਿੱਚ ਸਵੰਤੀ ਬੂੰਦ ਪੈ ਜਾਵੇ, ਉਹਦੇ ਵਿੱਚ ਮੋਤੀ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਸ ਗੁਰਸਿੱਖ ਦੀ ਬੁੱਧੀ ਰੂਪੀ ਸਿੱਪੀ ਦੇ ਅੰਦਰ ਇਹ ਗੁਰੂ ਬਾਣੀ ਦਾ ਉਪਦੇਸ਼ ਸਵੰਤੀ ਬੂੰਦ ਵਾਂਗ ਵਸ ਜਾਵੇ, ਫਿਰ ਉਹਦੇ ਅੰਦਰ ਵੈਰਾਗ ਦਾ ਮੋਤੀ ਪੈਦਾ ਹੋ ਜਾਂਦਾ। ਅੰਮ੍ਰਿਤ ਸੱਚਾ ਵਰਸਦਾ, ਬਈ ਸਤਸੰਗਤ ਵਿੱਚ ਇਹ ਨਾਮ ਬਾਣੀ ਦਾ ਉਪਦੇਸ਼ ਸੱਚਾ ਅੰਮ੍ਰਿਤ ਵਰਸਦਾ ਹੈ, ਪਰ ਗੁਰਮੁਖਾਂ ਦੇ ਮੁਖ ਦੇ ਵਿੱਚ ਪਾਈ ਇਹ ਪਾਏ ਪ੍ਰਵੇਸ਼ ਹੁੰਦਾ ਹੈ। ਮਨ ਸਦਾ ਹਰਿਆਵਲਾ ਸਹਜੇ ਹਰ ਗੁਣ ਗਾਏ। ਉਹਨਾਂ ਗੁਰਮੁਖਾਂ ਦਾ ਮਨ ਨਾਮ ਬਾਣੀ ਦੇ ਅੰਮ੍ਰਿਤ ਉਪਦੇਸ਼ ਨੂੰ ਗ੍ਰਹਿਣ ਕਰਕੇ ਹਮੇਸ਼ਾ ਲਈ ਹਰਾ ਭਰਾ ਹੋ ਜਾਂਦਾ ਹੈ। ਜਿਵੇਂ ਧਰਤੀ ਉੱਤੇ ਮੀਂਹ ਵਰਸਦਾ ਹੈ ਤੇ ਧਰਤੀ ਹਰੀ ਭਰੀ ਹੋ ਜਾਂਦੀ ਹੈ। ਸਹਜੇ ਹਰ ਗੁਣ ਗਾਏ ਤੇ ਗੁਰਮੁਖ ਬਈ ਸ਼ਾਂਤੀ ਦੇ ਧੀਰਜ ਨੂੰ ਧਾਰਨ ਕਰਕੇ ਸਹਿਜ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ ਤੇ ਉਹਦਾ ਮਨ ਨਾਮ ਬਾਣੀ ਦੇ ਉਪਦੇਸ਼ ਨਾਲ ਤੇ ਵਾਹਿਗੁਰੂ ਦੇ ਗੁਣ ਗਾ ਕੇ ਹਮੇਸ਼ਾ ਲਈ ਹਰਾ ਭਰਾ ਹੋ ਜਾਂਦਾ ਹੈ। ਇੱਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਕਿਸੇ ਗੁਰਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਕੀਰਤਨ ਕਥਾ ਦਾ ਮਹਾਤਮ ਦੱਸੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਗੁਰਸਿੱਖੋ, ਜੋ ਗੁਰਬਾਣੀ ਦਾ ਕੀਰਤਨ ਹੈ ਇਹ ਛੜਾਕੇ ਦਾ ਮੀਂਹ ਹੈ। ਜਦੋਂ ਛੜਾਕੇ ਦਾ ਮੀਂਹ ਪੈਂਦਾ ਹੈ ਨਾ, ਇੱਕ ਵਾਰ ਇੰਨਾ ਜ਼ੋਰਦਾਰ ਪੈਂਦਾ ਹੈ ਜਿਹਦੇ ਨਾਲ ਸਾਰੀ ਧਰਤੀ ਤੇ ਪਾਣੀ ਪਾਣੀ ਦਿਖਾਈ ਦਿੰਦਾ ਹੈ ਤੇ ਵਾਤਾਵਰਨ ਐਨ ਸ਼ਾਂਤ ਹੋ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ, ਗੁਰਬਾਣੀ ਦਾ ਕੀਰਤਨ ਇਹ ਛੜਾਕੇ ਦਾ ਮੀਂਹ ਹੈ। ਤੇ ਨਾਲ ਹੀ ਕਥਾ ਦਾ ਮਹਾਤਮ ਪੁੱਛਿਆ ਤਾਂ ਸਤਿਗੁਰੂ ਕਹਿਣ ਲੱਗੇ, ਜੋ ਗੁਰਬਾਣੀ ਦੀ ਵਿਚਾਰ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਇਹ ਝੜੀ ਦਾ ਮੀਂਹ ਹੈ। ਤੇ ਜਿਹੜਾ ਗੁਰਬਾਣੀ ਦਾ ਪਾਠ ਹੈ ਇਹ ਮਾਨੋ ਖੂਹ ਦਾ ਪਾਣੀ ਹੈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਕਈ ਜ਼ਿਮੀਂਦਾਰਾਂ ਨੇ ਆਪਣੇ ਖੇਤਾਂ ਵਿੱਚ ਖੂਹ ਲਾਏ ਹੋਏ ਸਨ, ਜਦੋਂ ਉਹਨਾਂ ਨੂੰ ਲੋੜ ਪੈਂਦੀ ਸੀ ਖੂਹ ਦੇ ਨਾਲ ਆਪਣੀ ਖੇਤੀ ਸਿੰਜ ਲੈਂਦੇ ਸਨ। ਗੁਰਬਾਣੀ ਦਾ ਪਾਠ ਖੂਹ ਦਾ ਪਾਣੀ ਹੈ ਤੇ ਗੁਰਬਾਣੀ ਦਾ ਕੀਰਤਨ ਸੰਗਤ ਵਿੱਚ ਬੈਠ ਕੇ ਸੁਣਨਾ ਇਹ ਮਾਨੋ ਛੜਾਕੇ ਦਾ ਮੀਂਹ ਹੈ। ਤੇ ਜੋ ਗੁਰਬਾਣੀ ਦੀ ਕਥਾ ਵਿਚਾਰ ਸੁਣ ਰਹੇ ਹੋ ਇਹ ਝੜੀ ਦਾ ਮੀਂਹ ਹੈ। ਅੰਮ੍ਰਿਤ ਸੱਚਾ ਵਰਸਦਾ ਹੈ, ਸੱਚਾ ਅੰਮ੍ਰਿਤ ਵਰਸ ਰਿਹਾ ਹੈ। ਪਰ ਗੁਰਮੁਖਾਂ ਮੁਖ ਪਾਏ ਤੇ ਗੁਰਮੁਖਾਂ ਨੇ ਭਾਈ ਇਹਨਾਂ ਨੂੰ ਇਸ ਨੂੰ ਮੁਖ ਦੇ ਵਿੱਚ ਪ੍ਰਾਪਤ ਕੀਤਾ ਹੈ ਤੇ ਫਿਰ ਉਹਨਾਂ ਗੁਰਮੁਖਾਂ ਦਾ ਮਨ ਹਮੇਸ਼ਾ ਲਈ ਹਰਾ ਭਰਾ ਹੋ ਜਾਂਦਾ ਹੈ ਤੇ ਬੜੇ ਸ਼ਾਂਤ ਰਸ ਦੇ ਵਿੱਚ ਤੇ ਬੜੇ ਧੀਰਜ ਦੇ ਵਿੱਚ ਉਹ ਗੁਰਮੁਖ ਵਾਹਿਗੁਰੂ ਦੇ ਗੁਣ ਗਾਉਂਦੇ ਹਨ।